Hello students, I'm your teacher Dr. Satwinder Kaur, and in today's lecture I will teach you about the difference between public goods, private goods and merit goods. That what are public goods, private goods and merit goods. ਇਹ basically ਇੱਕ ਬਹੁਤ important question ਹੈ ਜਿਹੜਾ ਕਿ ਤੁਹਾਡੇ competitive exams ਦੇ ਵਿੱਚ ਵੀ ਆਉਂਦਾ ਤੇ ਫਸਟ ਆਫ ਆਲ ਵੀ ਵਿਲ ਸਟਾਰਟ ਵਿਦ ਦ ਪਬਲਿਕ ਗੁੱਡਸ ਪਬਲਿਕ ਗੁੱਡਸ ਜਿਵੇਂ ਕਿ ਨਾਮ ਤੋਂ ਹੀ ਬਹੁਤ ਕਲੀਅਰਲੀ ਪਤਾ ਚੱਲ ਰਿਹਾ ਹੈ ਕਿ ਉਹ ਗੁੱਡਸ ਹੁੰਦੀਆਂ ਨੇ ਜਿਹੜੀਆਂ ਕਿ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਦ ਗੁੱਡਸ ਵਿਚ ਆਰ ਪ੍ਰੋਵਾਈਡਡ ਬਾਈ ਦ ਗਵਰਨਮੈਂਟ ਫॉर ਫ੍ਰੀ ਯੂਜ਼ ਬਾਈ ਦ ਪਬਲਿਕ ਆਰ ਨੋਨ ਐਜ਼ ਪਬਲਿਕ ਗੁੱਡਸ ਸੋ ਬੇਸਿਕਲੀ ਉਹ ਵਸਤੂਆਂ ਜਿਹੜੀਆਂ ਵਸਤੂਆਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਵੈਲਫੇਅਰ ਓਰੀਐਂਟਡ ਹੁੰਦੀਆਂ ਨੇ ਕਿ ਲੋਕਾਂ ਕੋਲ ਪਹੁੰਚਣ ਉਹਨਾਂ ਨੂੰ ਆਪਾਂ ਪਬਲਿਕ ਗੁੱਡਸ ਬੋਲਦੇ ਹਾਂ ਜਿਹੜੀਆਂ ਕਿ ਸਰਕਾਰ ਦੇ ਵੱਲੋਂ ਕੁਝ ਖਾਸ ਉਦੇਸ਼ ਦੀ ਪ੍ਰਾਪਤੀ ਦੇ ਲਈ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਪਬਲਿਕ ਗੁੱਡਸ ਉਹ ਨੇ ਜਿਹੜੀਆਂ ਜਿਵੇਂ ਪਾਰਕਸ ਹੋ ਗਏ ਪਬਲਿਕ ਟਾਇਲਟਸ ਹੋ ਗਏ ਡੈਮਸ ਰਿਵਰਸ ਗਵਰਨਮੈਂਟ ਹਸਪੀਟਲਸ ਗਵਰਨਮੈਂਟ ਡਿਸਪੈਂਸਰੀਜ਼ ਥੀਸ ਆਲ ਆਰ ਦ ਪਬਲਿਕ ਗੁੱਡਸ ਨੈਕਸਟ ਹੈ ਪ੍ਰਾਈਵੇਟ ਗੁੱਡਸ ਨਾਮ ਤੋਂ ਹੀ ਪਤਾ ਹੈ ਇਹ ਵੀ ਕਿ ਪ੍ਰਾਈਵੇਟ ਗੁੱਡਸ ਉਹ ਜੋ ਪ੍ਰਾਈਵੇਟ ਕੰਪਨੀਜ਼ ਜਾਂ ਪ੍ਰਾਈਵੇਟ ਇੰਡੀਵਿਜੂਅਲਸ ਜਾਂ ਬਿਜ਼ਨਸਮੈਨ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਕੰਜ਼ਿਊਮਰਸ ਤੱਕ ਪਹੁੰਚਾਇਆ ਜਾਂਦਾ ਹੈ ਇਹਨਾਂ ਦਾ ਇੱਕ ਰਿਸਪੈਕਟਿਵ ਪ੍ਰਾਈਸ ਹੁੰਦਾ ਤੇ ਇਹਨਾਂ ਦਾ ਬੇਸਿਕ ਏਮ ਜਿਹੜਾ ਹੈ ਵੈਲਫੇਅਰ ਕਰਨਾ ਨਹੀਂ ਹੁੰਦਾ ਬਲਕਿ ਪ੍ਰੋਫਿਟ ਕਮਾਉਣਾ ਹੁੰਦਾ ਹੈ ਹਰ ਬਿਜ਼ਨਸਮੈਨ ਇਹਨਾਂ ਗੁੱਡਸ ਨੂੰ ਮਾਰਕੀਟ ਦੇ ਵਿੱਚ ਇੱਕ ਪ੍ਰਾਈਸ ਦੇ ਉੱਤੇ ਵੇਚਦਾ ਸੇਲ ਕਰਦਾ ਤੇ ਉਸ ਦੇ ਬਦਲੇ ਦੇ ਵਿੱਚ ਕੋਈ ਨਾ ਕੋਈ ਪ੍ਰੋਫਿਟ ਜਿਹੜਾ ਹੈ ਅਰਨ ਕਰਦਾ ਸੋ one by one now we will go for the difference between public goods and private goods ਜਿੱਥੋਂ ਦੀ ਇਹਨਾਂ ਦਾ ਮੀਨਿੰਗ ਵੀ ਬਹੁਤ ਅੱਛੀ ਤਰ੍ਹਾਂ ਨਾਲ ਕਲੀਅਰ ਹੋ ਜਾਏਗਾ ਸੋ ਫਸਟ ਆਫ ਆਲ ਨਾਮ ਤੋਂ ਹੀ ਪਤਾ ਸੀਗਾ ਕਿ ਆਪਾਂ ਨੇ ਪਹਿਲਾ ਫੀਚਰ ਕੀਤਾ ਕਿ ਪਬਲਿਕ ਗੁੱਡਸ ਉਹ ਗੁੱਡਸ ਨੇ ਜਿਹੜੀਆਂ ਕਿ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਪ੍ਰਾਈਵੇਟ ਗੁੱਡਸ ਉਹ ਨੇ ਜਿਹੜੀਆਂ ਕਿ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਪ੍ਰਾਈਵੇਟ ਇੰਡਸਟਰੀਜ਼ ਕੰਪਨੀਜ਼ ਜਾਂ ਪ੍ਰਾਈਵੇਟ ਇੰਡੀਵਿਜੂਅਲਸ ਜਾਂ ਬਿਜ਼ਨਸਮੈਨ ਦੇ ਵੱਲੋਂ ਪਬਲਿਕ ਗੁੱਡਸ ਕਿਸੇ ਖਾਸ ਕਮਿਊਨਿਟੀ ਦੇ ਲਈ ਨਹੀਂ ਤਿਆਰ ਹੁੰਦੀਆਂ ਜਿਵੇਂ ਕਿ ਕੋਈ ਗਾਰਡਨ ਹੈ ਪਬਲਿਕ ਪਾਰਕ ਹੈ ਉਹ ਕਿਸੇ ਖਾਸ ਕਮਿਊਨਿਟੀ ਦੇ ਲਈ ਤਿਆਰ ਨਹੀਂ ਕੀਤਾ ਗਿਆ ਨਾ ਹੀ ਪਬਲਿਕ ਟਾਇਲਟਸ ਜਿਹੜੀਆਂ ਨੇ ਉਹ ਕਿਸੇ ਖਾਸ ਕਮਿਊਨਿਟੀ ਲਈ ਤਿਆਰ ਕੀਤੀਆਂ ਗਈਆਂ ਨੇ ਸੋ ਰਿਚ ਤੇ ਪੂਅਰ ਨੂੰ ਇਹਨਾਂ ਗੁੱਡਸ ਦੇ ਵਿੱਚ ਇਕੁਅਲੀ ਟਰੀਟ ਕੀਤਾ ਜਾਂਦਾ ਜਿਵੇਂ ਆਪਾਂ ਰੋਡ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਟਰਾਂਸਪੋਰਟੇਸ਼ਨ ਦੀ ਜਾਂ ਰੋਡ ਦੀ ਜਾਂ ਆਪਾਂ ਇਨਫਰਾਸਟਰਕਚਰ ਦੀ ਨਹਿਰਾਂ ਦੀ ਗੱਲ ਕਰਦੇ ਹਾਂ ਡੈਮਸ ਦੀ ਗੱਲ ਕਰਦੇ ਹਾਂ ਸੋ ਇੱਕ ਖਾਸ ਕਿਸੇ ਕਮਿਊਨਿਟੀ ਦੇ ਨਾਲ ਰਿਲੇਟਡ ਨਹੀਂ ਹੁੰਦੀਆਂ ਬਲਕਿ ਇਹਦੇ ਵਿੱਚ ਸਾਰੀ ਦੀ ਸਾਰੀ ਪਬਲਿਕ ਨੂੰ ਟਾਰਗੇਟ ਮੰਨਿਆ ਜਾਂਦਾ ਹੈ ਇਹਦੇ ਓਪੋਜ਼ਿਟ ਜਿਹੜੀਆਂ ਪ੍ਰਾਈਵੇਟ ਗੁੱਡਸ ਨੇ ਉਹ ਕਿਸੇ ਖਾਸ ਉਦੇਸ਼ ਦੇ ਲਈ ਤਿਆਰ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਕਿ ਹਰ ਪ੍ਰੋਡਿਊਸਰ ਦਾ ਆਪਣਾ ਇੱਕ ਏਮ ਹੁੰਦਾ ਹੋ ਸਕਦਾ ਹੈ ਕਿ ਉਹ ਲਗਜ਼ਰੀ ਗੁੱਡਸ ਪ੍ਰੋਡਿਊਸ ਕਰ ਰਿਹਾ ਹੋਵੇ ਤਾਂ ਉਹ ਰਿਚ ਕਮਿਊਨਿਟੀ ਨੂੰ ਟਾਰਗੇਟ ਕਰੇਗਾ ਕਈ ਵਾਰ ਉਹ ਮਿਡਲ ਕਲਾਸ ਨੂੰ ਟਾਰਗੇਟ ਕਰੇਗਾ ਸੋ ਅਲੱਗ-ਅਲੱਗ ਟਾਈਪ ਦੀਆਂ ਗੁੱਡਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀ ਕੰਜ਼ਿਊਮਰਸ ਨੂੰ ਟਾਰਗੇਟ ਕਰਨ ਦੇ ਲਈ ਪ੍ਰਾਈਵੇਟ ਗੁੱਡਸ ਦਾ ਬੇਸਿਕ ਏਮ ਹੁੰਦਾ ਪ੍ਰੋਫਿਟ ਅਰਨ ਕਰਨਾ ਜਦਕਿ ਪਬਲਿਕ ਗੁੱਡਸ ਦਾ ਏਮ ਹੁੰਦਾ ਸੋਸ਼ਲ ਵੈਲਫੇਅਰ ਕਰਨਾ ਇਕਨੋਮੀ ਦੀ ਗਰੋਥ ਤੇ ਡਿਵੈਲਪਮੈਂਟ ਵੱਲ ਫੋਕਸ ਕਰਨਾ ਐਜ਼ ਅ ਐਗਜ਼ਾਮਪਲ ਦੇਖੀਏ ਤਾਂ ਪਬਲਿਕ ਗੁੱਡਸ ਦੀਆਂ ਐਗਜ਼ਾਮਪਲਸ ਨੇ ਪਬਲਿਕ ਟਰਾਂਸਪੋਰਟੇਸ਼ਨ ਜਿਹਦੇ ਵਿੱਚ ਸਰਕਾਰੀ ਬੱਸਾਂ ਆ ਜਾਂਦੀਆਂ ਨੇ ਚਾਹੇ ਉਹਨਾਂ ਦਾ ਇੱਕ ਪ੍ਰਾਈਜ਼ ਹੀ ਹੈ ਬਟ ਉਹਦਾ ਮੋਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੈ ਹਰ ਤਰ੍ਹਾਂ ਦੇ ਬੰਦੇ ਨੂੰ ਉਹ ਇਕੁਅਲੀ ਹੀ ਟਰੀਟ ਕੀਤਾ ਜਾਂਦਾ ਹੈ ਇਕੁਅਲ ਹੀ ਟਿਕਟ ਹੈ ਉਹਦੇ ਵਿੱਚ ਗਰੀਬ ਬੰਦਾ ਵੀ ਜਾ ਸਕਦਾ ਤੇ ਅਮੀਰ ਬੰਦਾ ਵੀ ਟਰੈਵਲ ਕਰ ਸਕਦਾ ਇਸੇ ਤਰੀਕੇ ਨਾਲ ਰੋਡਸ ਡੈਮਸ ਰਿਵਰਸ ਅਨਡਾਊਟਡਲੀ ਹੁਣ ਰੋਡਸ ਦੇ ਜਿਹੜੇ ਨੇ ਕਰੰਟ ਸਿਨਾਰੀਓ ਦੇ ਵਿੱਚ ਪ੍ਰੋਜੈਕਟਸ ਜਿਹੜੇ ਨੇ ਉਹ ਪ੍ਰਾਈਵੇਟ ਇੰਡਸਟਰੀਜ਼ ਨੂੰ ਦਿੱਤੇ ਜਾਣ ਲੱਗ ਗਏ ਨੇ ਬਟ ਬੇਸਿਕਲੀ ਇਹ ਇਨਫਰਾਸਟ੍ਰਕਚਰ ਦਾ ਹੀ ਪਾਰਟ ਹੋਣ ਕਰਕੇ ਇਸ ਨੂੰ ਪਬਲਿਕ ਗੁੱਡ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਹੁਣ ਸਿਨਾਰੀਓ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਰਿਹਾ ਇੰਡੀਆ ਦੇ ਵਿੱਚ ਪ੍ਰਾਈਵੇਟ ਗੁੱਡਸ ਜਿਹੜੀਆਂ ਨੇ ਉਹਨਾਂ ਵਿੱਚ ਕੋਈ ਵੀ ਤਰ੍ਹਾਂ ਦੇ ਕਾਸਮੈਟਿਕਸ ਫੁੱਟਵੀਅਰਸ ਬੈਗ ਹੈਂਡਲੂਮ ਇੰਡਸਟਰੀ ਆ ਜਾਂਦੀ ਹੈ ਇਲੈਕਟ੍ਰੋਨਿਕ ਡਿਵਾਈਸਿਸ ਆ ਜਾਂਦੀਆਂ ਨੇ ਜਿਵੇਂ ਕਿ ਟੈਲੀਵਿਜ਼ਨ ਆ ਗਿਆ ਮੋਬਾਈਲ ਫੋਨਸ ਆ ਗਏ ਇਹ ਸਾਰੀਆਂ ਜਿਹੜੀਆਂ ਨੇ ਪ੍ਰਾਈਵੇਟ ਗੁੱਡਸ ਦੀਆਂ ਟਾਈਪ ਨੇ ਪਬਲਿਕ ਗੁੱਡਸ ਦਾ ਅਗਲਾ ਫੀਚਰ ਹੈ ਕਿ ਦਿਸ ਇਜ਼ ਫ੍ਰੀ ਆਫ ਚਾਰਜ ਜਾਂ ਤਾਂ ਇਹਨਾਂ ਦੀ ਬਹੁਤ ਘੱਟ ਫੀਸ ਹੁੰਦੀ ਹੈ ਕਮਰਸ਼ੀਅਲ ਆਬਜੈਕਟਿਵ ਇਹਨਾਂ ਦਾ ਨਹੀਂ ਹੁੰਦਾ ਜਾਂ ਇਹ ਬਿਲਕੁਲ ਫ੍ਰੀ ਆਫ ਕਾਸਟ ਹੁੰਦੀਆਂ ਨੇ ਜਿਵੇਂ ਆਪਾਂ ਗੱਲ ਕੀਤੀ ਸੀ ਪਬਲਿਕ ਟਾਇਲਟਸ ਦੀ ਜਾਂ ਅਸੀਂ ਗੱਲ ਕੀਤੀ ਸੀਗੀ
ਪਾਰਕਸ ਦੀ। ਸੋ ਇਹ ਫ੍ਰੀ ਚਾਰਜ ਦੇ ਰੂਲ ਦੇ ਉੱਤੇ ਚਲਦੀਆਂ ਨੇ, ਜਦ ਕਿ ਪ੍ਰਾਈਵੇਟ ਗੁੱਡਸ ਜਿਹੜੀਆਂ ਨੇ ਉਹ ਪੇਏਬਲ ਗੁੱਡਸ ਹੁੰਦੀਆਂ ਨੇ, ਪੈਸਾ ਦਿਓ ਔਰ ਉਹਨਾਂ ਨੂੰ ਖਰੀਦਣਾ ਪੈਂਦਾ। ਅਗਲਾ ਬੜਾ ਇੰਪੋਰਟੈਂਟ ਪੁਆਇੰਟ ਹੈ ਪ੍ਰਿੰਸੀਪਲ ਆਫ ਐਕਸਕਲੂਜ਼ਨ। ਪ੍ਰਿੰਸੀਪਲ ਆਫ ਐਕਸਕਲੂਜ਼ਨ ਕਈ ਵਾਰ ਤੁਹਾਡੇ ਸ਼ਾਰਟ ਆਨਸਰਸ ਦੇ ਵਿੱਚ ਵੀ ਆ ਜਾਂਦਾ ਹੈ ਕੋਈ ਐਗਜ਼ਾਮ ਦੇ ਵਿੱਚ। ਪ੍ਰਿੰਸੀਪਲ ਆਫ ਐਕਸਕਲੂਜ਼ਨ ਐਪਲੀਕੇਬਲ ਨਹੀਂ ਹੁੰਦਾ ਪਬਲਿਕ ਗੁੱਡਸ ਦੇ ਲਈ। ਇਹਦਾ ਮਤਲਬ ਇਹ ਹੈ ਤੁਸੀਂ ਪੇ ਕਰੋ ਭਾਵੇਂ ਨਾ ਕਰੋ, ਤੁਹਾਨੂੰ ਉਸ ਦਾ ਬੈਨੀਫਿਟ ਜੇ ਮਿਲਣਾ ਤਾਂ ਉਹ ਮਿਲ ਹੀ ਜਾਣਾ। ਜਿਵੇਂ ਕਿ ਤੁਸੀਂ ਕਿਸੇ ਸੜਕ ਦੇ ਉੱਤੇ ਚੱਲ ਰਹੇ ਹੋ, ਹੈ ਨਾ, ਜਦੋਂ ਆਪਾਂ ਪੈਦਲ ਜਾਂਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਕੋਈ ਵੀ ਚਾਰਜ ਪੇ ਕਰਨ ਦੀ ਜ਼ਰੂਰਤ ਨਹੀਂ ਹੈ। ਇਸੇ ਤਰੀਕੇ ਨਾਲ ਕੋਈ ਪਾਰਕ ਦੇ ਵਿੱਚ ਤੁਸੀਂ ਬੈਠੇ ਹੋ, ਉਹਦੇ ਲਈ ਤੁਹਾਨੂੰ ਕੋਈ ਚਾਰਜ ਪੇ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇੱਥੇ ਅਪਲਾਈ ਹੁੰਦਾ ਪ੍ਰਿੰਸੀਪਲ ਆਫ ਐਕਸਕਲੂਜ਼ਨ ਦੈਟ ਵੈਦਰ ਯੂ ਆਰ ਪੇਇੰਗ ਫॉर दैट थिंग और नॉट पेइंग फॉर दैट थिंग you must have the advantage to get that thing। but ਪ੍ਰਾਈਵੇਟ ਗੁੱਡਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦਾ। ਪ੍ਰਾਈਵੇਟ ਗੁੱਡਸ ਦੇ ਵਿੱਚ ਪ੍ਰਿੰਸੀਪਲ ਆਫ ਐਕਸਕਲੂਜ਼ਨ 100% ਕੰਮ ਕਰਦਾ। ਦੈਟ ਮੀਨਸ ਜਦੋਂ ਤੁਸੀਂ ਉਸ ਨੂੰ ਪੇ ਕਰਦੇ ਹੋ ਓਨਲੀ ਦੈਨ ਯੂ ਕੈਨ ਗੈਟ, ਅਦਰਵਾਈਜ਼ ਯੂ ਵਿਲ ਨਾਟ ਗੈਟ ਦ ਕਮੋਡਿਟੀ ਔਰ ਪ੍ਰੋਡਕਟ ਬਾਏ ਦ ਬਿਜ਼ਨਸਮੈਨ। ਪਬਲਿਕ ਗੁੱਡਸ ਸੋਸ਼ਲ ਸੁਸਾਇਟੀ ਨੂੰ ਦੇਖ ਕੇ ਮੁੱਖ ਨਜ਼ਰ ਵਿੱਚ ਰੱਖ ਕੇ ਤਿਆਰ ਕੀਤੀਆਂ ਜਾਂਦੀਆਂ ਨੇ, ਇਸ ਲਈ ਸੋਸ਼ਲ ਚੁਆਇਸ ਨੂੰ ਪ੍ਰੈਫਰੈਂਸ ਕਰਦੀਆਂ ਨੇ। ਪ੍ਰਾਈਵੇਟ ਗੁੱਡਸ ਇੰਡੀਵਿਜੂਅਲਸ ਦੇ ਟੇਸਟ ਨੂੰ, ਫੈਸ਼ਨ ਨੂੰ, ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਤਿਆਰ ਕੀਤੀਆਂ ਜਾਂਦੀਆਂ ਨੇ, ਇਸ ਲਈ ਉਹ ਕੰਜ਼ਿਊਮਰ ਦੇ ਡਿਸੀਜ਼ਨ ਨੂੰ ਦੇਖਦੀਆਂ ਨੇ। ਬਿਕੋਜ਼ ਜੇਕਰ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰੋਡਿਊਸ ਕਰ ਰਹੇ ਨੇ ਜਿਹੜੀਆਂ ਕੰਜ਼ਿਊਮਰ ਦਾ ਟੇਸਟ ਨਹੀਂ ਹੈ, ਕੰਜ਼ਿਊਮਰ ਦੀ ਪ੍ਰੈਫਰੈਂਸ ਨਹੀਂ ਹੈ, ਉਹਨਾਂ ਦੇ ਫੈਸ਼ਨ ਦੇ ਅਕੋਰਡਿੰਗਲੀ ਅਪਰੋਪਰੀਏਟ ਨਹੀਂ ਹੈ, ਦੈਨ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਨਹੀਂ ਹੋਏਗੀ। ਪਬਲਿਕ ਗੁੱਡਸ ਦੇ ਵਿੱਚ ਰਾਈਵਲੀ ਨਹੀਂ ਹੁੰਦੀ, ਜਦਕਿ ਪ੍ਰਾਈਵੇਟ ਗੁੱਡਸ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਪਾਇਆ ਜਾਂਦਾ ਹੈ। ਨੈਕਸਟ ਹੈ ਫ੍ਰੀ ਰਾਈਡਰ ਪ੍ਰੋਬਲਮ ਇਜ਼ ਹੇਅਰ। ਫ੍ਰੀ ਰਾਈਡਰ ਦੀ ਪ੍ਰੋਬਲਮ ਪਬਲਿਕ ਗੁੱਡਸ ਦੀ ਮਤਲਬ ਹੁੰਦੀ ਹੈ ਕਿ ਜਦੋਂ ਤੁਸੀਂ ਅਸੀਂ ਸਮਟਾਈਮਸ ਪੰਜਾਬੀ ਵਿੱਚ ਬੋਲਦੇ ਹਾਂ, ਹੈ ਨਾ, ਕੋਈ ਸੜਕ ਦੇ ਉੱਤੇ ਤੁਸੀਂ ਕਿਤੇ ਮੰਨ ਲਓ ਆਪਣੀ ਕਾਰ ਪਾਰਕ ਕਰ ਦਿੱਤੀ, ਜਾਂ ਤਾਂ ਕਿਸੇ ਦੁਕਾਨਦਾਰ ਨੇ ਅਗਰ ਆ ਕੇ ਤੁਹਾਨੂੰ ਕੁਛ ਬੋਲ ਦਿੱਤਾ, ਜਾਂ ਕਿਸੇ ਵੀ ਬੰਦੇ ਨੇ ਆ ਕੇ ਬੋਲ ਦਿੱਤਾ ਅਦਰ ਦੈਨ ਦ ਟ੍ਰੈਫਿਕ ਪੁਲਿਸ, ਤਾਂ ਆਪਾਂ ਬੋਲਦੇ ਨੇ ਤੇਰੇ ਪਿਓ ਦੀ ਸੜਕ ਹੈ। ਸੋ ਇਹ ਦਿਸ ਇਜ਼ ਆਈ ਐਮ ਜਸਟ ਯੂਜ਼ਿੰਗ ਦਿਸ ਐਗਜ਼ਾਮਪਲ ਫਰੋਮ ਦ ਪੰਜਾਬੀ ਕਮਿਊਨਿਟੀ, ਜਿਹੜੀ ਕਿ ਇਸ ਟਾਈਮ ਦੇ ਉੱਤੇ ਆਪਾਂ ਯੂਜ਼ਲੀ ਸੁਣਨ ਨੂੰ ਮਿਲਦੀ ਹੈ ਕਿ ਲੋਕ ਐਵੇਂ ਇਸ ਤਰੀਕੇ ਨਾਲ ਬੋਲ ਦਿੰਦੇ ਆ। ਸੋ ਉਸੇ ਚੀਜ਼ ਨੂੰ ਬੋਲਦੇ ਨੇ ਫ੍ਰੀ ਰਾਈਡਰ ਪ੍ਰੋਬਲਮ। ਦੈਟ ਮੀਨਸ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਬਹਿ ਸਕਦੇ ਹੋ, ਪਬਲਿਕ ਗੁੱਡਸ ਨੂੰ ਯੂਜ਼ ਕਰ ਸਕਦੇ ਹੋ, ਉਹਦੇ ਲਈ ਯੂ ਆਰ ਨਾਟ ਹੇਅਰ ਟੂ ਚਾਰਜ ਟੂ ਪੇ ਐਨੀਥਿੰਗ ਫॉर दैट थिंग। ਸੋ ਉਹ ਸਾਰਿਆਂ ਦੇ ਲਈ ਇੱਕ ਸਾਂਝੀ ਚੀਜ਼ ਹੈ, ਇਸ ਲਈ ਇਸ ਨੂੰ ਬੋਲਦੇ ਨੇ ਫ੍ਰੀ ਰਾਈਡਰ ਪ੍ਰੋਬਲਮ। ਜਦ ਕਿ ਇਹੋ ਜਿਹੀ ਕੋਈ ਵੀ ਪ੍ਰੋਬਲਮ ਪ੍ਰਾਈਵੇਟ ਗੁੱਡਸ ਦੇ ਵਿੱਚ ਨਹੀਂ ਆਉਂਦੀ, ਬਿਕੋਜ਼ ਤੁਸੀਂ ਜਿੰਨਾ ਪੇ ਕਰਨਾ ਤੁਸੀਂ ਉਨਾ ਹੀ ਐਡਵਾਂਟੇਜ ਲੈ ਸਕਦੇ ਹੋ। ਪਬਲਿਕ ਗੁੱਡਸ ਜ਼ਿਆਦਾਤਰ ਕਿਉਂਕਿ ਪਬਲਿਕ ਗੁੱਡਸ ਦੇ ਵਿੱਚ ਉਹ ਗੁੱਡਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਾਂ ਤਾਂ ਫਾਇਦਾ ਨਹੀਂ ਹੁੰਦਾ, ਜਾਂ ਇਹਨਾਂ ਦੇ ਵਿੱਚ ਇਨਵੈਸਟਮੈਂਟ ਬਹੁਤ ਵੱਡੇ ਲੈਵਲ ਦੀ ਹੁੰਦੀ ਹੈ, ਤਾਂ ਇਸ ਲਈ ਇੰਡੀਵਿਜ਼ੀਬਲ ਗੁੱਡਸ ਮੰਨੀਆਂ ਜਾਂਦੀਆਂ ਨੇ। ਜਿਵੇਂ ਸੜਕ ਨੂੰ ਆਪਾਂ ਡਿਵਾਈਡ ਨਹੀਂ ਕਰ ਸਕਦੇ, ਨਹਿਰ ਨੂੰ ਅਸੀਂ ਡਿਵਾਈਡ ਨਹੀਂ ਕਰ ਸਕਦੇ। ਜ਼ਿਆਦਾਤਰ ਪਬਲਿਕ ਗੁੱਡਸ ਜਿਹੜੀਆਂ ਨੇ ਉਹ ਇੰਡੀਵਿਜ਼ੀਬਲ ਗੁੱਡਸ ਹੁੰਦੀਆਂ ਨੇ, ਜਦ ਕਿ ਪ੍ਰਾਈਵੇਟ ਗੁੱਡਸ ਜ਼ਿਆਦਾਤਰ ਡਿਵਿਜ਼ੀਬਲ ਗੁੱਡਸ ਹੁੰਦੀਆਂ ਨੇ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਜਿਹੜੀਆਂ ਪ੍ਰਾਈਵੇਟ ਗੁੱਡਸ ਨੇ ਉਹ ਟਿਪੀਕਲੀ ਮਾਰਕੀਟ ਫੋਰਸਿਸ ਦੇ ਥਰੂ ਕੰਮ ਕਰਦੀਆਂ ਨੇ। ਲਾ ਆਫ ਡਿਮਾਂਡ ਵੀ ਉੱਥੇ ਪੂਰੀ ਤਰ੍ਹਾਂ ਕੰਮ ਕਰਦਾ ਹੈ ਤੇ ਡਿਮਾਂਡ ਸਪਲਾਈ ਫੋਰਸਿਸ ਵੀ ਪੂਰੀ ਤਰ੍ਹਾਂ ਕੰਮ ਕਰਦੀਆਂ ਨੇ, ਜਦਕਿ ਪਬਲਿਕ ਗੁੱਡਸ ਜਿਹੜੀਆਂ ਨੇ ਉਹ ਉੱਥੇ ਡਿਮਾਂਡ ਸਪਲਾਈ ਦਾ ਇਕੱਲੇ ਦਾ ਰੋਲ ਨਹੀਂ ਹੁੰਦਾ ਕਿ ਡਿਮਾਂਡ ਸਪਲਾਈ ਦੇ ਬੇਸਿਸ ਦੇ ਉੱਤੇ ਅੱਗੇ ਪ੍ਰਾਈਸ ਡਿਸਾਈਡ ਹੁੰਦਾ ਹੈ, ਤੇ ਇਹਨਾਂ ਗੁੱਡਸ ਦੇ ਵਿੱਚ ਅਸੀਂ ਪ੍ਰਾਈਸ ਦੈਟ ਇਜ਼ ਵੈਦਰ ਯੂ ਆਰ ਗੋਇੰਗ ਟੂ ਪੇ ਫॉर दैट ਕਮਿਊਨਿਟੀ ਔਰ ਨਾਟ ਪੇਇੰਗ ਫॉर दैट ਕਮੋਡਿਟੀ, ਇਟ ਡਜ਼ਨਟ ਮੈਟਰ। ਸੋ ਇੱਥੇ ਡਿਮਾਂਡ ਐਂਡ ਸਪਲਾਈ ਫੋਰਸਿਸ ਦਾ ਪਬਲਿਕ ਗੁੱਡਸ ਦੇ ਕੇਸ ਵਿੱਚ ਕੋਈ ਬਹੁਤਾ ਵੱਡਾ ਰੋਲ ਨਹੀਂ ਹੁੰਦਾ। ਨੈਕਸਟ ਹੈ ਪਬਲਿਕ ਗੁੱਡਸ ਦੀ ਜਿਹੜੇ ਫਾਈਨੈਂਸਿਸ ਨੇ ਉਹ ਜਨਰਲ ਪਬਲਿਕ ਦੇ ਵੱਲੋਂ ਟੈਕਸਿਸ ਦੀ ਫਾਰਮ ਦੇ ਵਿੱਚ ਪੇ ਕੀਤੇ ਜਾਂਦੇ ਨੇ, ਜਦਕਿ ਪ੍ਰਾਈਵੇਟ ਗੁੱਡਸ ਦਾ ਇੱਕ ਪ੍ਰਾਈਸ ਹੁੰਦਾ ਹੈ, ਇੱਕ ਉਹਨਾਂ ਦਾ ਜਿਹਨੂੰ ਆਪਾਂ MRP ਵੀ ਬੋਲ ਸਕਦੇ ਹਾਂ, ਇੱਕ ਮਾਰਕੀਟ ਪ੍ਰਾਈਸ ਹੁੰਦਾ ਜਿਸ ਦੇ ਉੱਤੇ ਲੋਕ ਉਹਨਾਂ ਨੂੰ ਪੈਸਾ ਦੇ ਕੇ ਖਰੀਦਦੇ ਨੇ। ਪਬਲਿਕ ਗੁੱਡਸ ਦੇ ਕੇਸ ਵਿੱਚ ਇੱਕ ਗੱਲ ਬਹੁਤ ਇੰਟਰਸਟਿੰਗ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੌਣ ਟੈਕਸ ਪੇ ਕਰ ਰਿਹਾ ਹੈ, ਕਿੱਥੋਂ ਦੀ ਰੈਵਨਿਊ ਕਿਹੜੀ ਕਲਾਸ ਵੱਲੋਂ, ਕਿਹੜੀ ਸਟੇਟ ਵੱਲੋਂ ਜਨਰੇਟ ਕੀਤਾ ਜਾ ਰਿਹਾ ਹੈ,
किस स्टेट का या किस क्लास का रैवन्यू च कितना शेयर है, टैक्स दे विच कितना शेयर है। तो ये भी ज़रूरी नहीं है कि उस जिस बंदे ने वो टैक्स पे किया है उसनों इक्वली उन्ना ही बेनीफिट मिलेगा पब्लिक गुड का, या ज़्यादा मिलेगा, या उस दे वालों पे किए हुए टैक्स का या रैवन्यू का उसनों शायद बिल्कुल भी बेनीफिट ना मिलता होया किसी होर कम्यूनिटी नूं बेनीफिट मिल जाए जिसकी शायद उस कम्यूनिटी नूं ज़्यादा ज़रूरत है। जिमें कि असीं ज़्यादातर देखते हैं कि क्योंकि बैकवर्ड एरियाज़ जिमें बॉर्डर एरिया हो गया, हिली एरिया हो गया या ड्राई एरिया हो गया, जिथे डिवेलपमेंट की ज़्यादा ज़रूरत होंदी है तो ज़्यादातर फाइनैंसिस नूं टैक्स रैवन्यू इकट्ठा करके उन्हां स्टेट्स के उत्ते ज़्यादा पब्लिक गुड्स का निर्माण किया जाता है ताकि लोगों को ज़्यादा तो ज़्यादा फायदा हो सके। प्राइवेट गुड्स के केस दे विच इक्वालिटी होंदी है, जिन्हें जिन्ना पे करना है उसनों उन्ने ही प्रोडक्ट ਦੀ ਵੈਲਿਊ ਦਾ ਪ੍ਰੋਡਕਟ ਮਿਲ ਜਾਏਗਾ, ਉਨੀ ਹੀ ਵੈਲਿਊ ਦਾ ਪ੍ਰੋਡਕਟ ਉਸਨੂੰ ਮਿਲ ਜਾਏਗਾ। ਤੇ ਫਾਈਨੈਂਸਿਸ ਓਬਵੀਅਸਲੀ ਪੇ ਕੀਤੇ ਜਾਂਦੇ ਨੇ ਥਰੂ ਮਨੀ, ਥਰੂ ਐਕਸਚੇਂਜ। ਪਬਲਿਕ ਗੁੱਡਸ ਦੇ ਕੇਸ ਦੇ ਵਿੱਚ ਜਿਹੜੀ ਮਾਰਜਨਲ ਕਾਸਟ ਹੈ ਉਹ ਆਲਮੋਸਟ ਜ਼ੀਰੋ ਹੁੰਦੀ ਹੈ, ਕਿਉਂਕਿ ਇੱਕ ਵਾਰੀ ਜਦੋਂ ਬ੍ਰਿਜ ਬਣ ਗਿਆ, ਰੋਡਸ ਬਣ ਗਿਆ, ਉਸ ਤੋਂ ਬਾਅਦ ਤਾਂ ਉਸਦੀ ਮੁਰੰਮਤ ਦਾ ਡੈਪਰੀਸੀਏਸ਼ਨ ਕਾਸਟ ਹੀ ਉਹਦੇ 'ਤੇ ਲੱਗੇਗੀ। ਜਾਂ ਬੇਸਿਕਲੀ ਉਹ ਨਵੇਂ ਸਿਰੇ ਤੋਂ ਸਰਟੇਨ ਪੁਆਇੰਟ 'ਤੇ ਆ ਕੇ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ। ਉਸ 'ਤੇ ਇੱਕ ਕੋਸਟ ਇੱਕ ਲੈਵਲ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਨਿਗਲੀਜੀਬਲ ਹੋ ਜਾਂਦੀ ਹੈ, ਆਲਮੋਸਟ ਜ਼ੀਰੋ ਹੋ ਜਾਂਦੀ ਹੈ। ਪ੍ਰਾਈਵੇਟ ਗੁੱਡਸ ਦੇ ਕੇਸ ਦੇ ਵਿੱਚ ਮਾਰਜਨਲ ਕਾਸਟ ਕਦੀ ਵੀ ਜ਼ੀਰੋ ਨਹੀਂ ਹੁੰਦੀ। ਅਸੀਂ ਪੜ੍ਹਦੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਯੂ ਸ਼ੇਪ ਹੁੰਦੀ ਹੈ, ਸੋ ਇਹ ਕਦੀ ਵੀ ਜ਼ੀਰੋ ਨਹੀਂ ਹੁੰਦੀ। ਨੈਕਸਟ ਹੈ ਜੀ ਲਾਸਟ ਮੈਰਿਟ ਗੁੱਡਸ ਦੇ ਉੱਤੇ ਮੁਸਗ੍ਰੇਵ ਨਾਮ ਦੇ ਇਕੋਨਮਿਸਟ ਨੇ ਇਸ ਕਨਸੈਪਟ ਨੂੰ ਇੰਟਰੋਡਿਊਸ ਕੀਤਾ ਸੀ। ਮੈਰਿਟ ਗੁੱਡਸ ਬੇਸਿਕਲੀ ਉਹ ਗੁੱਡਸ ਹੁੰਦੀਆਂ ਨੇ ਜਿਹੜੀਆਂ ਕਿ ਪ੍ਰਾਈਵੇਟ ਗੁੱਡਸ ਦੀ ਤਰ੍ਹਾਂ ਹੀ ਹੁੰਦੀਆਂ ਨੇ ਅਤੇ ਜਿਹੜੀਆਂ ਗਵਰਨਮੈਂਟ ਵੱਲੋਂ ਪਰਚੇਜ਼ ਕੀਤੀਆਂ ਜਾਂਦੀਆਂ ਨੇ ਮਾਰਕੀਟ ਪ੍ਰਾਈਸ ਦੇ ਉੱਤੇ। ਦੈਟ ਮੀਨਸ ਜੋ ਇੱਕ ਆਮ ਕੰਜ਼ਿਊਮਰ ਪੇ ਕਰ ਰਿਹਾ ਪ੍ਰਾਈਸ, ਮੰਨ ਲਓ ਤੁਸੀਂ ਇੱਕ ਪੈਨ ਪਰਚੇਜ਼ ਕਰ ਰਹੇ ਹੋ 10 ਰੁਪਏ ਦਾ, ਯੂ ਆਰ ਗਿਵਿੰਗ 10 ਰੁਪੀਜ਼ ਐਂਡ ਪਰਚੇਜ਼ਿੰਗ ਅ ਪੈਨ। ਇਸੇ ਪ੍ਰਾਈਸ ਦੇ ਉੱਤੇ ਸਰਕਾਰ ਨੇ ਪੈਨ ਖਰੀਦ ਲਏ ਜਾਂ ਸਰਕਾਰ ਨੇ ਕਿਤਾਬਾਂ ਖਰੀਦ ਲਈਆਂ ਜਾਂ ਨੋਟਬੁੱਕਸ ਖਰੀਦ ਲਏ, ਜੋ ਜਿਸ ਪ੍ਰਾਈਸ ਦੇ ਉੱਤੇ ਤੁਸੀਂ ਐਜ਼ ਅ ਕੰਜ਼ਿਊਮਰ ਖਰੀਦ ਰਹੇ ਹੋ ਬਿਜ਼ਨਸਮੈਨ ਤੋਂ, ਉਸੇ ਪ੍ਰਾਈਸ ਦੇ ਉੱਤੇ ਗਵਰਨਮੈਂਟ ਨੇ ਖਰੀਦ ਲਿੱਤਾ 10 ਰੁਪਏ ਦਾ ਪੈਨ। ਬਟ ਇਸ ਦੇ ਵਿੱਚ ਇਹ ਹੁਣ ਮੈਰਿਟ ਗੁੱਡ ਕਿਵੇਂ ਬਣੇਗੀ? ਇਸ ਗੁੱਡ ਨੂੰ 10 ਰੁਪਏ ਦੇ ਵਿੱਚ ਸਰਕਾਰ ਨੇ ਖਰੀਦ ਕੇ ਸਪੋਜ਼ ਕਰੋ ਕਿ 5 ਰੁਪਏ ਦਾ ਸਕੂਲ ਦੇ ਬੱਚਿਆਂ ਨੂੰ ਦੇਤਾ, ਤਾਂ ਜਿਹੜੇ 5 ਰੁਪਏ ਦਿੱਤਾ ਆਪਣੇ ਕੋਲੋਂ ਪੇ ਕੀਤਾ ਉਹ ਹੋ ਗਈ ਇੱਕ ਸਬਸਿਡੀ, ਜਿਹੜੀ ਕਿ ਇੱਕ ਸਰਟੇਨ ਸੈਕਸ਼ਨ ਨੂੰ ਦਿੱਤੀ ਗਈ ਤਾਂ ਕਿ ਉਸ ਸੈਕਸ਼ਨ ਨੂੰ ਉਸ ਗੁੱਡ ਦਾ ਫਾਇਦਾ ਮਿਲ ਸਕੇ। ਇਹ ਜ਼ਿਆਦਾਤਰ ਪੂਅਰ ਸੈਕਸ਼ਨ ਜਾਂ ਇੱਕ ਸਪੈਸੀਫਿਕ ਕਮਿਊਨਿਟੀ ਦੇ ਲਈ ਜਿਨ੍ਹਾਂ ਨੂੰ ਉਹਨਾਂ ਗੁੱਡਸ ਦੀ ਜ਼ਰੂਰਤ ਹੈ, ਜਿਹੜੀਆਂ ਉਹਨਾਂ ਗੁੱਡਸ ਨੂੰ ਪ੍ਰੋਪਰਲੀ ਜ਼ਿਆਦਾ ਮਹਿੰਗੀਆਂ ਹੋਣ ਕਾਰਨ ਜਾਂ ਆਪ ਗਰੀਬ ਹੋਣ ਕਾਰਨ ਅਫੋਰਡ ਨਹੀਂ ਕਰ ਸਕਦੇ, ਸਰਕਾਰ ਵੱਲੋਂ ਉਹਨਾਂ ਗੁੱਡਸ ਨੂੰ ਸਬਸਿਡਾਈਜ਼ ਰੇਟ ਦੇ ਉੱਤੇ ਮੁਹੱਈਆ ਕਰਵਾਇਆ ਜਾਂਦਾ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇਲੈਕਟ੍ਰੀਸਿਟੀ ਕਈ ਕਲਾਸਿਸ ਦੇ ਲਈ ਸਬਸਿਡਾਈਜ਼ ਰੇਟ 'ਤੇ ਦਿੱਤੀ ਜਾਂਦੀ ਹੈ, ਜਾਂ ਰਾਸ਼ਨ ਦੇ ਡਿਪੂ ਤੋਂ ਸਸਤੇ ਰੇਟ ਦੇ ਵਿੱਚ ਦਾਲ, ਚਾਵਲ, ਆਟਾ ਇਹ ਚੀਜ਼ਾਂ ਮਿਲਦੀਆਂ ਨੇ। ਜਾਂ ਆਪਾਂ ਗੱਲ ਕਰਦੇ ਹਾਂ ਗੈਸ ਦੇ ਸਿਲੰਡਰ ਦੇ ਉੱਤੇ ਸਬਸਿਡੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਜਿਹੜੀ ਕਿ ਟਾਈਮ ਆਫਟਰ ਟਾਈਮ ਰਿਡਿਊਸ ਕੀਤੀ ਜਾ ਰਹੀ ਹੈ ਜਾਂ ਰਿਮੂਵ ਕੀਤੀ ਜਾ ਰਹੀ ਹੈ। ਸੋ ਇਹ ਸਾਰੀਆਂ ਮੈਰਿਟ ਗੁੱਡਸ ਦੀਆਂ ਐਗਜ਼ਾਮਪਲਸ ਨੇ। ਅੱਗੇ ਕੁਛ ਹੋਰ ਕੇਸਿਸ ਐਗਜ਼ਾਮਪਲਸ ਨੇ, ਜਿਵੇਂ ਕਿ ਐਜੂਕੇਸ਼ਨ ਗਵਰਨਮੈਂਟ ਦੇ ਵੱਲੋਂ ਇੱਕ ਮੈਰਿਟ ਗੁੱਡ ਹੈ ਕਿ ਕਈ ਜਗ੍ਹਾ ਦੇ ਉੱਤੇ ਇਸਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਜਾਂ ਸਪੈਸੀਫਿਕਲੀ ਲੋਕਾਂ ਨੂੰ ਘਰ ਪ੍ਰੋਵਾਈਡ ਕੀਤੇ ਜਾਂਦੇ ਨੇ, ਜਾਂ ਹੋਰ ਆਟਾ ਦਾਲ ਸਕੀਮ ਦੀ ਆਪਾਂ ਆਲਰੇਡੀ ਗੱਲ ਕਰ ਦਿੱਤੀ ਹੈ, ਜਿਵੇਂ ਮਿਡ ਡੇ ਮੀਲ ਦੀ ਸਕੀਮ ਗਵਰਨਮੈਂਟ ਵੱਲੋਂ ਇੰਟਰੋਡਿਊਸ ਕੀਤੀ ਗਈ ਹੈ। ਇਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੀ ਜਿਹੜੀਆਂ ਫੈਟਲ ਡਿਸੀਜ਼ਿਸ ਨੇ ਜਾਂ ਬਿਮਾਰੀਆਂ ਨੇ ਜਿਨ੍ਹਾਂ ਦੀ ਰੋਕਥਾਮ ਦੇ ਲਈ, ਜਿਨ੍ਹਾਂ ਦੇ ਇਲਾਜ ਦੇ ਲਈ ਕੁਝ ਖਾਸ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਕਿ ਅਗਰ ਇਹ ਵਾਲੇ ਹੌਸਪੀਟਲਸ ਦੇ ਵਿੱਚ ਇਹ ਇਲਾਜ ਸਸਤਾ ਹੁੰਦਾ ਜਾਂ ਫ੍ਰੀ ਹੁੰਦਾ, ਇਹੋ ਜਿਹੀਆਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ, ਇਹਨਾਂ ਸਾਰੀਆਂ ਗੁੱਡਸ ਨੂੰ ਆਪਾਂ ਮੈਰਿਟ ਗੁੱਡਸ ਬੋਲਦੇ ਹਾਂ, ਜਿਹਦਾ ਖਰਚਾ ਗਵਰਨਮੈਂਟ ਆਪਣੇ ਵੱਲੋਂ ਦੀ ਮਾਰਕੀਟ ਰੇਟ ਦੇ ਉੱਤੇ ਹੀ ਪੇ ਕਰਦੀ ਹੈ। ਬਟ ਜਿਨ੍ਹਾਂ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾ ਉਹ ਫਾਇਦਾ ਤਾਂ ਹੋ ਰਿਹਾ ਕਿਉਂਕਿ ਗਵਰਨਮੈਂਟ ਉਹਦੇ ਵਿੱਚ ਕੁਝ ਅਮਾਊਂਟ ਜਾਂ ਫੁੱਲ ਅਮਾਊਂਟ ਵੀ 100% ਵੀ ਆਪਣੇ ਵੱਲੋਂ ਪੇ ਕਰ ਸਕਦੀ ਹੈ।
ਪ੍ਰੋਪਰਲੀ ਪੂਰੀ ਤਰ੍ਹਾਂ ਫ੍ਰੀ ਵੀ ਲੋਕਾਂ ਨੂੰ ਪ੍ਰੋਵਾਈਡ ਕਰ ਸਕਦੀ ਹੈ, ਬੇਸਿਕਲੀ ਦਾ ਪੂਅਰ ਸਟਰਾਟਾ ਆਫ ਪੋਪੂਲੇਸ਼ਨ। ਥੈਂਕ ਯੂ। ਇਫ there will be any problem regarding this topic, you can mention in the comment section. Thank you so much.